ਅੱਜ ਆਪਾਂ ਸ਼ਿਫਟ 3 ਵਿੱਚ ਜਿਹੜਾ ਪੇਪਰ ਹੋਇਆ ਸੀ ਰੀਟ ਦਾ ਉਹਦੇ ਬਾਰੇ ਚਰਚਾ ਕਰਦੇ ਹਾਂ। ਪ੍ਰਸ਼ਨਾਂ ਦਾ ਵਿਸ਼ਲੇਸ਼ਣ ਕਰਾਂਗੇ ਆਪਾਂ। ਅਨਸਰ ਕੀ ਅੱਜ ਦੀ ਅਨਸਰ ਕੀ ਤੁਹਾਡੇ ਸਾਹਮਣੇ ਆਪਣੇ ਪੰਜਾਬੀ ਦੇ ਵਿਖਿਆਤਾ ਸਿਮਰਜੀਤ ਸਿੰਘ ਜੀ ਉਹ ਤੁਹਾਡੇ ਨਾਲ ਸਾਂਝਾ ਕਰਨਗੇ ਵੀ ਕਿਹੜੇ ਕਿਹੜੇ ਅਨਸਰ ਨੇ। ਸੁਖਾਲਾ ਜਿਹਾ ਪੇਪਰ ਹੋਇਆ ਹੈ। ਇਹ ਵੀ ਹਜੇ ਆਪਾਂ ਜਿੰਨੇ ਵੀ ਅਨਸਰ ਕੀ ਬਣਾ ਰਹੇ ਹਾਂ ਸਿਰਫ ਸੈਕੰਡ ਭਾਸ਼ਾ ਦੀਆਂ ਬਣਾ ਰਹੇ ਹਾਂ। ਅਤੇ ਅੱਜ ਦੀ ਜਿਹੜੀ ਹੈ ਆਪਣੇ ਅਨਸਰ ਕੀ ਹੈ ਇਹ ਤੁਹਾਨੂੰ ਸਿਮਰਜੀਤ ਸਿੰਘ ਜੀ ਦੱਸਣਗੇ ਵੀ ਕਿਹੜੇ ਕਿਹੜੇ ਜਿਹੜੇ ਆ ਪ੍ਰਸ਼ਨ ਹੈ ਇਹਦੇ ਅੱਜ ਦੇ ਸਹੀ ਨੇ। ਹਾਂਜੀ ਵਿਦਿਆਰਥੀਓ, ਕਿਵੇਂ ਸਾਰੇ ਠੀਕ ਹੋ ਤੁਸੀਂ? ਗਲਾ ਥੋੜਾ ਜਿਹਾ ਹਾਲਾਂਕਿ ਬੈਠਾ ਹੋਇਆ ਕਿਉਂਕਿ ਕਲਾਸ ਦੇ ਵਿੱਚ ਥੋੜਾ ਜਿਹਾ ਲੱਗ ਜਾਂਦਾ ਜ਼ੋਰ, ਤੁਹਾਨੂੰ ਪਤਾ ਹੀ ਹੈ ਪੜ੍ਹਾਉਂਦੇ ਆ ਹਨਾ। ਤੇ ਅੱਜ ਸਾਡੇ ਜਗਮੇਲ ਸਿੰਘ ਜੀ ਕਹਿੰਦੇ ਸਰ ਜੀ ਕਲਾਸ ਲਓ। ਮੈਂ ਕਿਹਾ ਜੀ ਜ਼ਰੂਰ, ਗੁਰੂ ਹੈ ਸਾਡੇ ਵੀ, ਸਾਡੇ ਨਾਲ ਹੀ ਹੈ, ਇਹਨਾਂ ਦਾ ਕਿਹਾ ਤਾਂ ਮੋੜ ਨਹੀਂ ਸਕਦੇ ਹਨਾ। ਹਾਂਜੀ, ਤਾਂ ਆਪਾਂ ਪ੍ਰਸ਼ਨ ਦੇਖਦੇ ਹਾਂ। 61 ਨੰਬਰ ਪ੍ਰਸ਼ਨ ਹੈ ਜਿਹੜਾ ਇਹ ਲਿਖਿਆ ਹੋਇਆ ਜਿਹੜਾ ਹਾਂਜੀ, ਇਹਦਾ ਪ੍ਰਸ਼ਨ ਹੈਗਾ ਵੀ ਭਾਸ਼ਾ ਪਾਠ ਪੁਸਤਕ ਦਾ ਬਾਹਰੀ ਗੁਣ ਹੈ। ਦੇਖੋ, ਇੱਕ ਨਾ ਮੈਂ ਵੀਡੀਓ ਵੀ ਕਰਵਾਈ ਸੀਗੀ ਜਿਹਦੇ ਵਿੱਚ ਅੰਦਰੂਨੀ ਤੇ ਬਾਹਰੀ ਗੁਣ ਮੈਂ ਭਾਸ਼ਾ ਦੀ ਪਾਠ ਪੁਸਤਕ ਦੇ ਦੱਸੇ ਸੀਗੇ। ਤੇ ਇਹਦੇ ਵਿੱਚ ਇੱਕ ਬਾਹਰੀ ਗੁਣ ਉਹਨੇ ਦਿੱਤਾ, ਬਾਕੀ ਸਾਰੇ ਅੰਦਰੂਨੀ ਗੁਣ ਦੇ ਰੱਖੇ ਆ 4 ਆਪਸ਼ਨਾਂ ਦੇ ਵਿੱਚੋਂ। ਇੱਕ ਆਪਸ਼ਨ ਜਿਹੜਾ ਸਹੀ ਆਪਸ਼ਨ ਹੈ ਉਹ ਆਪਣਾ ਹੈਗਾ ਜਿਲਦ। ਜਿਹੜੀ ਭਾਸ਼ਾ, ਜਿਹੜੀ ਮੰਨ ਲਓ ਭਾਸ਼ਾ ਦੀ ਆਪਣੀ ਪੁਸਤਕ ਹੁੰਦੀ ਹੈ ਨਾ, ਪਾਠ ਪੁਸਤਕ ਜਿਹੜੀ ਲੱਗਦੀ ਹੈ, ਉਹਦਾ ਜਿਲਦ ਹੈ ਜਿਹੜਾ ਉਹ ਬਾਹਰੀ ਗੁਣ ਹੈ। ਬਾਕੀ ਭਾਸ਼ਾ, ਸ਼ੈਲੀ, ਵਿਸ਼ਾ ਵਸਤੂ ਇਹ ਸਾਰੇ ਇਹਦੇ ਅੰਦਰੂਨੀ ਗੁਣ ਹੁੰਦੇ ਆ। ਅਗਲਾ ਪ੍ਰਸ਼ਨ, ਕੰਮ ਦੁਆਰਾ ਸਿੱਖਣ ਦੀ ਵਿਧੀ ਭਾਸ਼ਾ ਅਧਿਆਪਨ ਦੇ ਕਿਹੜੇ ਸਿਧਾਂਤ ਉੱਪਰ ਆਧਾਰਿਤ ਹੈ? ਇਹ ਤੁਹਾਨੂੰ ਪਤਾ ਹੀ ਹੈ, ਜਿਹੜਾ ਆਪਾਂ ਕਹਿ ਦਿੰਦੇ ਹਾਂ ਜਿਹਨੂੰ ਕਿਰਿਆਸ਼ੀਲਤਾ ਦਾ ਸਿਧਾਂਤ ਹੈ ਨਾ। ਦੇਖੋ, ਮੰਨ ਲਓ ਕਿਸੇ ਨੂੰ ਆਪਾਂ ਕਿਰਿਆਸ਼ੀਲ ਰੱਖਣਾ ਹੋਵੇ ਤਾਂ ਉਹਨੂੰ ਕੰਮ ਕਰਨਾ ਹੀ ਪਊਗਾ। ਸੋ ਇਹ ਹੈ ਜਿਹੜਾ ਆਪਾਂ ਜਦੋਂ ਆਪਾਂ ਕਹਿੰਦੇ ਹੁੰਦੇ ਹਾਂ ਨਾ ਕਰਕੇ ਸਿੱਖਣਾ ਜਾਂ ਕੰਮ ਦੁਆਰਾ ਸਿੱਖਣਾ, ਇੱਕੋ ਹੀ ਗੱਲ ਹੈ, ਇਹਨਾਂ ਦਾ ਅਰਥ ਇੱਕੋ ਹੀ ਬਣਦਾ, ਕੰਮ ਦੁਆਰਾ ਸਿੱਖਣਾ ਜਾਂ ਕਰਕੇ ਸਿੱਖਣਾ। ਇਹਦਾ ਸਹੀ ਉੱਤਰ ਹੈ ਤੁਹਾਡਾ ਡੀ ਨੰਬਰ, ਕਿਰਿਆਸ਼ੀਲਤਾ ਦਾ ਸਿਧਾਂਤ। ਭਾਸ਼ਾ ਅਧਿਆਪਨ ਦੇ ਬਹੁਤ ਸਾਰੇ ਸਿਧਾਂਤ ਆਪਾਂ ਪੜ੍ਹੇ ਸੀਗੇ, ਜਿਹਦੇ ਵਿੱਚ 1 ਨੰਬਰ ਆਪਸ਼ਨ ਦਿੱਤਾ ਹੋਇਆ ਸੁਭਾਵਿਕਤਾ ਦਾ ਸਿਧਾਂਤ, ਬੋਲਚਾਲ ਦਾ ਸਿਧਾਂਤ, ਚੋਣ ਦਾ ਸਿਧਾਂਤ ਤੇ ਇੱਕ ਕਿਰਿਆਸ਼ੀਲਤਾ ਦਾ ਸਿਧਾਂਤ। ਅਗਲਾ ਪ੍ਰਸ਼ਨ ਹੈ ਜਿਹੜਾ ਉਹ ਹੈਗਾ ਜੀ ਹਾਂ, ਸੁਣਨ ਕੌਸ਼ਲ ਦੇ ਵਿਕਾਸ ਦੀਆਂ ਕਿਰਿਆਵਾਂ ਵਿੱਚ ਸ਼ਾਮਿਲ ਨਹੀਂ ਹੈ। ਹੁਣ ਇੱਕ ਇਹੋ ਜਿਹਾ ਮਤਲਬ ਇਹਦੇ ਵਿੱਚ ਆਪਸ਼ਨ ਆਪਾਂ ਚੁਣਨਾ ਹੈ ਜਿਹੜਾ ਮਤਲਬ ਕੀ ਆ ਵੀ ਸੁਣਨ ਕੌਸ਼ਲ ਦੇ ਨਾਲ ਸੰਬੰਧਿਤ ਨਹੀਂ ਗਾ। ਕਹਿਣ ਦਾ ਮਤਲਬ ਇਹ ਹੈ ਮੋਟੇ ਤੌਰ 'ਤੇ, ਸੁਣਨ ਕੌਸ਼ਲ ਦਾ ਜਦੋਂ ਵਿਕਾਸ ਹੁੰਦਾ ਹੈ ਉਹਦੇ ਵਾਸਤੇ ਜਿਹੜੀਆਂ ਜਿਹੜੀਆਂ ਕਿਰਿਆਵਾਂ ਕੀਤੀਆਂ ਜਾਂਦੀਆਂ ਉਹਨਾਂ ਦੇ ਵਿੱਚੋਂ ਕਿਹੜੀ ਕਿਰਿਆ ਕਹਿੰਦਾ ਜਿਹੜੀ ਸ਼ਾਮਿਲ ਨਹੀਂ ਹੈ। ਪਹਿਲਾ ਆਪਸ਼ਨ ਪੂਰਨਿਆਂ ਉੱਤੇ ਲਿਖਣਾ, ਚਲੋ ਇਹਦੇ 'ਤੇ ਵਿਚਾਰ ਕਰਾਂਗੇ ਆਪਾਂ। ਅਗਲਾ ਆਪਸ਼ਨ ਹੈ ਜਿਹੜਾ ਤੁਹਾਡਾ ਭਾਸ਼ਣ। ਭਾਸ਼ਣ ਤਾਂ ਸੁਣਨ ਕੌਸ਼ਲ ਦਾ ਵਿਕਾਸ ਕਰਦਾ ਹੈ, ਬਿਲਕੁਲ, ਇਸ ਕਰਕੇ ਇਹ ਤਾਂ ਸੁਣਨ ਕੌਸ਼ਲ ਦੀਆਂ ਕਿਰਿਆਵਾਂ ਦੇ ਵਿੱਚ ਸ਼ਾਮਿਲ ਹੈ। ਆਪਸੀ ਗੱਲਬਾਤ ਦੇ ਨਾਲ ਵੀ ਸੁਣਨ ਕੌਸ਼ਲ ਦਾ ਵਿਕਾਸ ਹੁੰਦਾ ਹੈ, ਕਿਉਂਕਿ ਆਪਸੀ ਜਦੋਂ ਗੱਲਬਾਤ ਆਪਾਂ ਕੀਤੀ ਜਾਂਦੀ ਹੈ, ਕਨਵਰਸੇਸ਼ਨ, ਜਦੋਂ ਵਿਚਾਰਾਂ ਦਾ ਆਦਾਨ ਪ੍ਰਦਾਨ ਹੁੰਦਾ ਹੈ ਤਾਂ ਉਹਦੇ ਵਿੱਚ ਸੁਣਨ ਕੌਸ਼ਲ ਅਤੇ ਬੋਲਣ ਕੌਸ਼ਲ ਆਪਣਾ ਅਹਿਮ ਰੋਲ ਅਦਾ ਕਰਦੇ ਹੈ। ਇਸ ਕਰਕੇ ਆਪਸੀ ਗੱਲਬਾਤ ਆਪਸ਼ਨ ਵੀ ਤੁਹਾਡਾ ਸਹੀ ਨਹੀਂ ਹੈ, ਮਤਲਬ ਇਹ ਵੀ ਸੁਣਨ ਕੌਸ਼ਲ ਦੀਆਂ ਕਿਰਿਆਵਾਂ ਦੇ ਵਿੱਚ ਆਉਂਦਾ ਹੈ। ਅਗਲਾ ਜਿਹੜਾ ਆਪਸ਼ਨ ਦਿੱਤਾ ਸੀਗਾ ਬੋਲ ਲਿਖਤ। ਅੱਛਾ, ਬੋਲ ਲਿਖਤ ਦਾ ਦੂਸਰਾ ਨਾਮ ਤੁਹਾਨੂੰ ਪਤਾ ਹੀ ਆ, ਮਲਾਹ ਵੀ ਕਹਿੰਦੇ ਆ ਹਨਾ ਬੋਲ ਲਿਖਤ ਨੂੰ। ਬੋਲ ਲਿਖਤ ਦੇ ਨਾਲ ਸੁਣਨ ਕੌਸ਼ਲ ਦਾ ਵਿਕਾਸ ਵੀ ਹੁੰਦਾ ਹੈ ਅਤੇ ਬੋਲਣ ਕੌਸ਼ਲ ਦਾ ਵਿਕਾਸ ਵੀ ਹੁੰਦਾ ਹੈ। ਇਸ ਕਰਕੇ ਇਹ ਲਾਸਟ ਜਿਹੜੇ 3 ਆਪਸ਼ਨ ਆ ਬੀ ਸੀ ਡੀ ਇਹ ਨਹੀਂ ਹੈ। ਸੁਣਨ ਕੌਸ਼ਲ ਦੇ ਵਿਕਾਸ ਦੀਆਂ ਕਿਰਿਆਵਾਂ ਵਿੱਚ ਕਿਹੜੀ ਚੀਜ਼ ਸ਼ਾਮਿਲ ਨਹੀਂ ਹੈ? ਉਹ ਹੈਗੀ ਪੂਰਨਿਆਂ ਉੱਤੇ ਲਿਖਣਾ। ਪੂਰਨਿਆਂ ਉੱਤੇ ਲਿਖਣਾ ਜਿਹੜਾ ਇਹ ਹੈਗੀ ਇੱਕ ਪੁਰਾਤਨ ਵਿਧੀ ਹੈ ਲਿਖਣ ਦੀ। ਅਧਿਆਪਕ ਮੰਨ ਲਓ ਇੱਕ ਅੱਖਰ ਸਲੇਟ ਜਾਂ ਫੱਟੀ ਉੱਪਰ ਬੱਚੇ ਨੂੰ ਲਿਖ ਕੇ ਦੇ ਦਿੰਦਾ ਹੈ ਤੇ ਬੱਚਾ ਕੀ ਕਰਦਾ, ਉਹਦੇ ਉੱਪਰ ਆਪਣਾ ਚਾਕ, ਬਰਤਾ, ਪੈਨਸਿਲ ਜੋ ਵੀ ਹੈ ਉਹ ਉਸ ਦੇ ਉੱਪਰ ਫੇਰਦਾ ਰਹਿੰਦਾ ਹੈ। ਉਸ ਨੂੰ ਕਿਹਾ ਜਾਂਦਾ ਹੈ ਪੂਰਨਿਆਂ ਉੱਪਰ ਲਿਖਣਾ। ਆਪਾਂ ਜਦੋਂ ਛੋਟੇ ਹੁੰਦੇ ਸੀ ਤੇ ਆਪਾਂ ਵੀ ਇਸੇ ਵਿਧੀ ਰਾਹੀਂ ਆਪਾਂ ਕ ਖ ਗ ਘ ਜਿਹੜਾ ਆਪਾਂ ਸਿੱਖਿਆ ਜਾਂ ABCD ਸਿੱਖੀ, ਆਪਾਂ ਇਸੇ ਵਿਧੀ ਤੋਂ ਹੀ ਸਿੱਖੀ ਹੈ। ਸੋ ਸੁਣਨ ਕੌਸ਼ਲ ਦੇ ਵਿਕਾਸ ਦੀਆਂ ਕਿਰਿਆਵਾਂ ਵਿੱਚ ਪੂਰਨਿਆਂ ਉੱਤੇ ਲਿਖਣਾ ਇਹ ਸ਼ਾਮਿਲ ਨਹੀਂ ਗਾ, ਕਿਉਂਕਿ ਪੂਰਨਿਆਂ ਉੱਤੇ ਲਿਖਣਾ ਇੱਕ ਲਿਖਣ ਕੌਸ਼ਲ ਦੇ ਵਿਕਾਸ ਨਾਲ ਸੰਬੰਧਿਤ ਹੈ। ਅਗਲਾ ਪ੍ਰਸ਼ਨ ਹੈਗਾ ਜੀ, ਬੱਚਿਆਂ ਨੂੰ ਵਿਧੀਵਤ ਢੰਗ ਨਾਲ ਲਿਖਣਾ ਸਿਖਾਉਣ ਦੀ ਤੀਜੀ ਅਵਸਥਾ ਹੈ। ਜਦੋਂ ਮੈਂ ਲਿਖਣ ਕੌਸ਼ਲ ਦੇ ਬਾਰੇ ਪੜ੍ਹਾਇਆ ਸੀਗਾ ਨਾ
ਤਾਂ ਉਦੋਂ ਨਾ ਮੈਂ ਵਿਦਿਆਰਥੀਆਂ ਨੂੰ ਇੱਕ ਗੱਲ ਕਹੀ ਸੀ, ਮੈਂ ਕਿਹਾ ਵੀ ਲਿਖਣ ਕੌਸ਼ਲ ਦੀਆਂ ਜਿਹੜੀਆਂ 4 ਅਵਸਥਾਵਾਂ ਨਾ ਉਹਨਾਂ ਬਾਰੇ ਨਾ ਤੁਹਾਨੂੰ ਬਹੁਤ ਡੀਪ ਧਿਆਨ ਹੋਣਾ ਚਾਹੀਦਾ ਹੈ, ਕਿਉਂਕਿ ਇਹਦੇ ਵਿੱਚੋਂ ਪ੍ਰਸ਼ਨ ਲਾਜ਼ਮੀ ਪੁੱਛਦਾ ਤੇ ਆਹ ਦੇਖ ਲਓ ਪੁੱਛ ਲਿਆ। ਸੋ ਜਿਹੜਾ ਬੀ ਹੈ, ਜਿਹੜਾ ਤੀਜੀ ਅਵਸਥਾ ਜਿਹੜੀ ਸ਼ਬਦ ਰਚਨਾ ਤੇ ਵਾਕ ਰਚਨਾ, ਇਹ ਹੈ ਜਿਹੜਾ ਇਹ ਤੁਹਾਡਾ ਆਪਸ਼ਨ ਹੈ, ਸਹੀ ਹੈ। ਅੱਛਾ, ਅਗਲਾ ਪ੍ਰਸ਼ਨ ਹੈ ਜਿਹੜਾ ਸ਼ਬਦਾਂ ਦਾ ਠੀਕ ਠਾਕ ਉਚਾਰਨ ਕਰ ਸਕਣ ਦੀ ਯੋਗਤਾ ਵਾਚਣ ਦੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਵਿੱਚੋਂ ਸਿਰਫ ਇੱਕ ਹੈ, ਇਹ ਕਥਨ ਕਿਸ ਵਿਦਵਾਨ ਦਾ ਹੈ? ਮੈਂ ਇਹਦੀ ਆਨਸਰ ਕੀ ਵੀ ਲਾਈ ਸੀਗੀ, ਉਦੋਂ ਮੈਨੂੰ ਇਹ ਪ੍ਰਸ਼ਨ ਦਾ ਉੱਤਰ ਜਿਹੜਾ ਮਿਲਿਆ ਨਹੀਂ ਸੀ, ਹੁਣ ਮੈਨੂੰ ਇਹ ਪ੍ਰਸ਼ਨ ਦਾ ਉੱਤਰ ਹੈ ਜਿਹੜਾ ਮਿਲ ਗਿਆ। ਸੋ ਇਹ ਪ੍ਰਸ਼ਨ ਦਾ ਸਹੀ ਉੱਤਰ ਹੈ ਗੈਗ। ਇਹ ਜਿਹੜੀ ਕੋਟੇਸ਼ਨ ਹੈ, ਇਹ ਪਰਿਭਾਸ਼ਾ ਹੈ, ਇਹ ਜਿਹੜੀ ਗੈਗ ਨਾਮ ਦੇ ਭਾਸ਼ਾ ਵਿਗਿਆਨੀ ਨੇ ਦਿੱਤੀ ਹੈ, ਜਿਹਨੇ ਕਿਹਾ ਹੈ ਵੀ ਸ਼ਬਦਾਂ ਦਾ ਠੀਕ ਠਾਕ ਜੇ ਕੋਈ ਉਚਾਰਨ ਕਰ ਲੈਂਦਾ ਤਾਂ ਇਹਦਾ ਮਤਲਬ ਇਹ ਨਹੀਂਗਾ ਵੀ ਉਹਨੂੰ ਵਾਚਨ ਆਉਂਦਾ, ਉਹ ਵਾਚਣ ਦੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਦੇ ਵਿੱਚੋਂ ਕੇਵਲ ਇੱਕ ਗੁਣ ਹੈ ਉਹਦੇ ਕੋਲੇ ਬਸ। ਚੰਗੀ ਪਾਠ ਯੋਜਨਾ ਦੇ ਗੁਣ ਹਨ। ਅਗਲਾ ਪ੍ਰਸ਼ਨ ਬਹੁਤ ਸੌਖਾ, ਕੋਈ ਦਿੱਕਤ ਨਹੀਂ, ਸਿੱਧਾ ਸਪਸ਼ਟ ਦੇ ਰੱਖਿਆ, ਪਹਿਲਾ ਹੀ ਹੈ ਕਾਰਜ ਪ੍ਰਧਾਨ ਲਚਕਦਾਰ ਸਪਸ਼ਟਤਾ, ਕੋਈ ਦਿੱਕਤ ਨਹੀਂ, ਸਾਰੇ ਤੁਸੀਂ ਪਤਾ ਹੀ ਹੈ, ਜਾਣਦੇ ਹੀ ਹੋ। ਲਿੰਗਵਾ ਫੋਨ ਕਿਸ ਦਾ ਸੁਧਰਿਆ ਹੋਇਆ ਰੂਪ ਹੈ? ਲਓ ਜੀ, ਲਿੰਗਵਾ ਫੋਨ ਹੈ ਜਿਹੜਾ ਉਹ ਗ੍ਰਾਮੋਫੋਨ ਦਾ ਸੁਧਰਿਆ ਹੋਇਆ ਰੂਪ ਹੈ, ਗ੍ਰਾਮੋਫੋਨ ਦੇ ਵਰਗਾ ਹੀ ਹੁੰਦਾ, ਉਹਦਾ ਸੁਧਰਿਆ ਹੋਇਆ ਰੂਪ ਹੈ। ਪ੍ਰਸ਼ਨਾਂ ਵਿੱਚ ਸਪਸ਼ਟਤਾ ਹੋਵੇਗੀ। ਹਾਂਜੀ, ਅਗਲਾ ਪ੍ਰਸ਼ਨ ਸੀਗਾ ਵੀ ਪ੍ਰਸ਼ਨਾਂ ਦੇ ਵਿੱਚ ਸਪਸ਼ਟਤਾ ਹੋਵੇਗੀ। ਸੋ ਇਹਦੇ ਆਪਸ਼ਨਾਂ ਦੇ ਵਿੱਚੋਂ ਦੇਖੋ 2 ਆਪਸ਼ਨ ਆ ਜਿਹੜੇ ਉਹ ਤਾਂ ਪ੍ਰਸੰਗਿਕ ਨਹੀਂ ਗਏ, ਉਹ ਤਾਂ ਮਤਲਬ ਗਲਤ ਹੀ ਹੈ, ਸਪਸ਼ਟ ਹੈ, ਬਿਲਕੁਲ ਪਤਾ ਲੱਗੀ ਜਾਂਦਾ। ਏ ਤੇ ਸੀ ਆਪਸ਼ਨ ਉਹਨੇ ਦੇ ਰੱਖਿਆ ਸੀਗਾ ਵੀ ਜੇਕਰ ਪ੍ਰਸ਼ਨ ਦਾ ਘੇਰਾ ਵਿਸ਼ਾਲ ਹੋਵੇਗਾ, ਜੇਕਰ ਪ੍ਰਸ਼ਨ ਦਾ ਘੇਰਾ ਛੋਟਾ ਹੋਵੇਗਾ। ਇਹ ਪ੍ਰਿੰਟਿੰਗ ਮਿਸਟੇਕ ਦੇ ਵਿੱਚ ਘੇਰਾ ਨੂੰ ਘੋਰਾ ਲਿਖਿਆ ਗਿਆ, ਸੋ ਇਹ ਘੇਰਾ ਹੈ। ਸੋ ਇਹਦਾ ਸਹੀ ਉੱਤਰ ਹੈ ਵੀ ਜੇਕਰ ਪ੍ਰਸ਼ਨ ਦਾ ਘੇਰਾ ਛੋਟਾ ਹੋਵੇਗਾ। ਪ੍ਰਸ਼ਨ ਦਾ ਘੇਰਾ ਜਿੰਨਾ ਛੋਟਾ ਉਨਾ ਹੀ ਸਪਸ਼ਟ ਪਤਾ ਲੱਗਦਾ ਹੈ ਨਾ। ਹਾਂਜੀ, ਅਗਲਾ ਪ੍ਰਸ਼ਨ ਕੀ ਸੀਗਾ ਵੀ ਕਿਹੜੀ ਪ੍ਰੀਖਿਆ ਲਈ ਪ੍ਰਸ਼ਨ ਪੱਤਰ ਦਾ ਨਿਰਮਾਣ ਕਾਰਜ ਸੌਖਾ ਹੁੰਦਾ ਹੈ? ਸਹੀ ਉੱਤਰ ਹੈ ਨਿਬੰਧਾਤਮਕ। ਅਗਲਾ ਪ੍ਰਸ਼ਨ ਹੈ ਵੀ ਮੁਲਾਂਕਣ ਦਾ ਉਦੇਸ਼ ਨਹੀਂ ਹੈ। ਬਹੁਤ ਸੌਖਾ ਪ੍ਰਸ਼ਨ ਸੀਗਾ, ਇਹਦਾ ਮੁਲਾਂਕਣ ਦਾ ਉਦੇਸ਼ ਨਹੀਂ ਹੈ, ਮਤਲਬ ਕਿਹੜਾ ਇੱਕ ਜਿਹੜਾ ਮੁਲਾਂਕਣ ਦਾ ਉਦੇਸ਼ ਨਹੀਂ ਹੈ? ਤਾਂ ਇਹ ਹੈਗਾ ਜੀ 20 ਨੰਬਰ ਪੁਰਾਤਨ ਪਾਠਕ੍ਰਮਾਂ ਉੱਪਰ ਪਹਿਰਾ ਦੇਣਾ। ਸੋ ਆਪਣੀ ਆਧੁਨਿਕ ਮੁਲਾਂਕਣ ਅਵਸਥਾ ਹੈ ਜਿਹੜੀ ਉਹ ਪੁਰਾਤਨ ਮਤਲਬ ਪੁਰਾਣੇ ਪਾਠਕ੍ਰਮ ਨਾਲ ਉਹਦਾ ਕੋਈ ਸੰਬੰਧ ਨਹੀਂਗਾ, ਉਹਦੇ ਤੇ ਪਹਿਰਾ ਕਿਉਂ ਦੇਊਗੀ? ਇਹਦਾ ਕੋਈ ਰੀਜ਼ਨ ਨਹੀਂ ਬਣਦਾ, ਇਸ ਕਰਕੇ ਬੀ ਆਪਸ਼ਨ ਸਹੀ ਹੈ। ਅੱਗੇ ਪਹਿਰਾ ਤੁਸੀਂ ਪੜ੍ਹ ਹੀ ਲਿਆ ਹੋਣਾ ਹੈ ਨਾ, ਵਾਰਤਕ ਪਹਿਰਾ ਆਇਆ, ਉਹਦੇ ਵਿੱਚ ਉਹਨੇ 71 ਨੰਬਰ ਪ੍ਰਸ਼ਨ ਪੁੱਛਿਆ ਸੀ ਕਿ ਵਹਿਮ ਸ਼ਬਦ ਦਾ ਸਹੀ ਸਮਾਨਾਰਥਕ ਜੁੱਟ ਪੁੱਛਿਆ ਸੀਗਾ। ਜੁੱਟ ਮਤਲਬ ਸਮੂਹ ਹੁੰਦਾ ਹੈ, ਵੀ ਸਹੀ ਸਮੂਹ ਦੱਸੋ ਜੀ ਵਹਿਮ ਸ਼ਬਦ ਦਾ। ਹਾਂ, ਵਹਿਮ ਸ਼ਬਦ ਦਾ ਜਿਹੜਾ ਸਹੀ ਸਮਾਨਾਰਥੀ ਜੁੱਟ ਬਣਦਾ ਉਹ ਸਾਡੇ ਗੁਰੂ ਜੀ ਜਸਵੰਤ ਜੀ ਵੀ ਦੱਸੀ ਜਾਂਦੇ ਆ, ਕਹਿੰਦੇ ਭ੍ਰਾਂਤੀ ਭੁਲੇਖਾ, ਬਹੁਤ ਕਾਮਨ ਗੱਲ ਹੈ ਨਾ, ਬਾਕੀ ਤਾਂ ਬਣਦਾ ਨਹੀਂਗਾ। ਵਹਿਮ ਦਾ ਯਕੀਨ ਤਾਂ ਬਣਦਾ ਨਹੀਂ, ਵਹਿਮ ਦਾ ਵਿਸ਼ਵਾਸ ਨਹੀਂ ਬਣਦਾ, ਵਹਿਮ ਦਾ ਭਰੋਸਾ ਵੀ ਨਹੀਂ ਬਣਦਾ, ਨਾ ਚਿੰਤਾ ਹੀ ਬਣੇ, ਇਸ ਕਰਕੇ ਵਹਿਮ ਦਾ ਭ੍ਰਾਂਤੀ ਭੁਲੇਖਾ। ਸਹੀ ਆਪਸ਼ਨ 20 ਨੰਬਰ ਹੈ। ਰਾਸ ਸ਼ਬਦ ਦਾ ਬਹੁ ਅਰਥਕ ਸ਼ਬਦ ਨਹੀਂ ਹੈ। ਸੋ ਇਹ ਪਹਿਲਾ ਆਪਸ਼ਨ ਨਾ ਬੜਾ ਭੁਲੇਖੇ 'ਚ ਪਾਉਣ ਵਾਸਤੇ ਇਹਨੇ ਲਿਖਿਆ ਰਾਸ ਮਲਾਈ। ਹੁਣ ਆਪਾਂ ਨੂੰ ਪਤਾ ਵੀ ਰਸ ਮਲਾਈ ਇੱਕ ਮਿਠਾਈ ਹੁੰਦੀ ਹੈ ਨਾ, ਆਪਦੇ ਵੱਲੋਂ ਤਾਂ ਐਗਜ਼ਾਮੀਨਰ ਨੇ ਮਤਲਬ ਬੜਾ ਭੁਲੇਖੇ 'ਚ ਪਾਉਣ ਵਾਸਤੇ ਆਪਸ਼ਨ ਪਾਇਆ, ਪਹਿਲਾਂ ਹੀ ਪਾਤਾ ਮਲਾਈ ਇਹ ਨੰਬਰ 'ਤੇ ਹੀ, ਵੀ ਜਿਹੜਾ ਪਹਿਲਾਂ ਹੀ ਕੋਈ ਗੁੱਡ ਮਲਾਈ 'ਤੇ ਲਾਵੇ ਦੂਜਿਆਂ ਨੂੰ ਦੇਖੇ ਹੀ ਨਾ, ਹੈ ਨਾ। ਰਾਸ ਮਲਾਈ ਤਾਂ ਨਹੀਂ ਬਣਦਾ ਵੀ। ਰਾਸ ਸ਼ਬਦ ਦਾ ਮਤਲਬ ਹੁੰਦਾ ਹੈ ਜਿਵੇਂ ਠੀਕ, ਰਾਸ ਦਾ ਮਤਲਬ ਵਾਗ ਵੀ ਹੁੰਦਾ ਹੈ। ਸੋ ਬਹੁ ਅਰਥਕ ਹੈ ਜਿਹੜਾ ਰਾਸ ਪੂੰਜੀ ਨੂੰ ਵੀ ਕਿਹਾ ਜਾਂਦਾ ਹੈ। ਬਹੁ ਅਰਥਕ ਸ਼ਬਦ ਹੈ ਜਿਹੜਾ ਰਾਸ ਦਾ ਜਿਹੜਾ ਨਹੀਂ ਹੈਗਾ ਉਹ ਹੈਗਾ ਮਲਾਈ। ਸੋ ਮਲਾਈ ਹੈ ਜਿਹੜਾ ਉਹ ਰਾਸ ਦਾ ਬਹੁ ਅਰਥਕ ਸ਼ਬਦ ਨਹੀਂ ਹੈ। ਬਾਕੀ ਤਿੰਨੋਂ ਬਹੁ ਅਰਥਕ ਸ਼ਬਦ ਹੈ। ਕਿਹੜਾ ਸ਼ਬਦ ਪੁਲਿੰਗ ਹੈ ਇਹਨਾਂ ਦੇ ਵਿੱਚੋਂ? ਦੇਖੋ ਬਾਕੀ 3 ਤਾਂ ਇਹਦਾ ਮਤਲਬ ਇਸਤਰੀ ਲਿੰਗ ਹੈ, ਇੱਕ ਪੁਲਿੰਗ ਹੈ, ਸੋ ਕੋਈ ਦਿੱਕਤ ਨਹੀਂ। ਅੱਗ ਸ਼ਬਦ ਹੈ ਜਿਹੜਾ ਉਹ ਇਸਤਰੀ ਲਿੰਗ ਹੈ, ਅੱਗ ਬਲ ਰਹੀ ਹੈ। ਔਲਾਦ ਸ਼ਬਦ ਇਸਤਰੀ ਲਿੰਗ ਹੈ। ਨਵਾਬ ਤੇ ਗੱਲ ਕਰਦੇ ਆ, ਕਿਰਨ ਸ਼ਬਦ ਹੈ ਜਿਹੜਾ ਇਹ ਵੀ ਤੁਹਾਨੂੰ ਪਤਾ ਇਸਤਰੀ ਲਿੰਗ ਹੈ, ਸੂਰਜ ਦੀ ਕਿਰਨ ਜਿਹੜੀ ਹੁੰਦੀ ਹੈ। ਪਰ ਨਵਾਬ ਸ਼ਬਦ ਹੈ ਜਿਹੜਾ, ਨਵਾਬ ਸ਼ਬਦ ਪੁਲਿੰਗ ਹੈ ਅਤੇ ਨਵਾਬ ਦਾ ਇਸਤਰੀ ਲਿੰਗ ਤੁਹਾਨੂੰ ਪਤਾ ਹੀ ਹੈ ਬੇਗਮ ਹੁੰਦਾ ਹੈ। ਆਮਦਨ ਦਾ ਵਿਰੋਧੀ ਸ਼ਬਦ, ਆਮਦਨੀ 98 ਖਰਚਾ ਰੁਪਈਆ, ਫਿਲਮ ਦੇਖੀ ਹੋਣੀ ਹੈ ਤੁਸੀਂ। ਆਮਦਨ ਦਾ ਵਿਰੋਧੀ ਸ਼ਬਦ ਹੈਗਾ ਨਾ ਤਾਂ ਕਮਾਈ ਹੈ, ਨਾ ਪੈਸਾ ਹੈ, ਨਾ ਧਨ ਹੈ। ਸੋ ਆਮਦਨ ਦਾ ਸਹੀ ਜਿਹੜਾ ਵਿਰੋਧੀ ਸ਼ਬਦ ਹੈ ਉਹ ਹੈਗਾ ਖਰਚ। ਅਗੇਤਰ ਲੱਗ ਕੇ ਬਣਿਆ ਸ਼ਬਦ ਹੈ। ਦੇਖੋ ਬਹੁਤ ਸੌਖਾ, ਮੈਂ ਤੁਹਾਨੂੰ ਵਾਰੀ ਇਹ ਗੱਲ ਕਹਿੰਦਾ ਰਿਹਾ ਸੀਗਾ ਵੀ ਇੱਕ ਬਹੁਤ ਹੀ ਕਾਮਨ ਪ੍ਰਸ਼ਨ ਪੁੱਛਿਆ ਜਾਂਦਾ ਹੁੰਦਾ ਅਗੇਤਰ ਤੇ ਪਿਛੇਤਰ ਨੂੰ ਲੈ ਕੇ। ਸੋ ਇਹਦੇ ਵਿੱਚ ਘਬਰਾਉਣ ਦੀ ਕੋਈ ਲੋੜ ਨਹੀਂ। ਹੁਣ ਵੀ ਬਹੁਤ ਸ਼ਾਨਦਾਰ ਪ੍ਰਸ਼ਨ ਪੁੱਛਿਆ, ਡਾਇਰੈਕਟ ਇਹਦਾ ਉੱਤਰ ਤੁਹਾਨੂੰ ਪਤਾ ਲੱਗੀ ਜਾਂਦਾ। ਤੁਸੀਂ ਸਾਰਿਆਂ ਨੇ ਸਹੀ ਵੀ ਕੀਤਾ, ਦੂਰਦ੍ਰਿਸ਼ਟੀ। ਲਓ ਜੀ, ਅਗਲਾ ਕਾਵ ਪਹਿਰਾ ਆ ਗਿਆ ਜਿਹੜਾ ਤੁਹਾਡੇ ਵਾਸਤੇ ਇੱਕ ਬਹੁਤ ਔਖਾ ਸੀਗਾ। ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ।
ਇਹ ਪਹਿਰੇ ਬਾਰੇ ਮੈਂ ਸਿੱਧੀ ਤੁਹਾਨੂੰ ਦੱਸ ਦਿੰਦਾ ਵੀ ਇਹ ਪਹਿਰਾ ਜਿਹੜਾ ਭਾਈ ਗੁਰਦਾਸ ਜੀ ਦੀ ਇੱਕ ਵਾਰ ਤੋਂ ਲਿਆ ਗਿਆ ਹੈ, ਜਿਹਦੇ ਵਿੱਚ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਜਨਮ ਬਾਰੇ ਦੱਸਿਆ। ਲਓ ਹੁਣ ਆ ਜਾਓ ਇਹਨਾਂ ਦੇ ਉੱਤਰਾਂ ਤੇ। ਤੋਂ ਪਹਿਲਾ ਜਿਹੜਾ 76 ਨੰਬਰ ਪ੍ਰਸ਼ਨ ਹੈ, ਉਕਤ ਕਾਵਿ ਦਾ ਕਵੀ ਹੈ। ਮੈਂ ਹਾਲਾਂਕਿ ਪਹਿਲਾਂ ਕਹਿੰਦਾ ਰਿਹਾ ਵਿਦਿਆਰਥੀਆਂ ਨੂੰ ਵੀ ਕਵੀ ਅਕਸਰ ਨਹੀਂ ਪੁੱਛਿਆ ਜਾਂਦਾ ਹੁੰਦਾ ਰੀਟ 'ਚ, ਪਰ ਇਹ ਪਹਿਲੀ ਵਾਰੀ ਹੋਇਆ ਵੀ ਜਿਹਦੇ ਵਿੱਚ ਰੀਟ ਦੇ ਪ੍ਰੀ ਪੇਪਰ ਦੇ ਵਿੱਚ ਮਤਲਬ ਕਵੀ ਵੀ ਪੁੱਛਿਆ ਗਿਆ। ਸੋ ਉਕਤ ਕਾਵਿ ਦਾ ਕਵੀ ਹੈ ਭਾਈ ਗੁਰਦਾਸ। ਉਕਤ ਕਾਵਿ ਦਾ ਕਾਵਿ ਰੂਪ ਕੀ ਹੈ ਜੀ? ਭਾਈ ਗੁਰਦਾਸ ਜੀ ਤੁਹਾਨੂੰ ਪਤਾ ਹੀ ਹੈ ਵਾਰਾਂ ਦੀ ਰਚਨਾ ਕਰਦੇ ਆ, ਇਸ ਕਰਕੇ ਇਹ ਵਾਰ ਕਾਵਿ ਰੂਪ ਹੈ। ਪਲੋਆ ਸ਼ਬਦ ਤੋਂ ਕੀ ਭਾਵ ਹੈ? ਬਹੁਤ ਹੀ ਸੌਖਾ ਹੈ, ਬਾਕੀ ਤਿੰਨ ਤਾਂ ਬਣਦੇ ਹੀ ਨਹੀਂਗੇ। ਪਲੋਆ ਸ਼ਬਦ ਦਾ ਮਤਲਬ ਨਸਿਆ। ਤਾਰੇ ਛਪੇ ਅੰਧੇਰ ਪਲੋਆ, ਤਾਰੇ ਛਿਪ ਗਏ ਤੇ ਹਨੇਰਾ ਜਿਹੜਾ ਉਹ ਨਸ ਗਿਆ, ਭੱਜ ਗਿਆ, ਨਸਿਆ। ਅੱਗੇ 79 ਨੰਬਰ ਹੈਗਾ ਜਿਹੜਾ ਪ੍ਰਸ਼ਨ, ਉਕਤ ਕਾਵਿ ਦਾ ਅੰਤਰੀਵੀ ਭਾਵ ਬੋਧ ਕੀ ਹੈ? ਅੰਤਰੀਵੀ ਭਾਵ ਬੋਧ ਤਾਂ ਬਈ ਆਹ ਹੀ ਹੈ ਵੀ ਗੁਰੂ ਨਾਨਕ ਦੇਵ ਜੀ ਦਾ ਜਨਮ ਬਾਰੇ ਦੱਸਿਆ ਗਿਆ ਇਹਦੇ ਵਿੱਚ। ਕਾਵਿ ਅਨੁਸਾਰ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ? ਬਹੁਤ ਸਾਰੇ ਵਿਦਿਆਰਥੀ ਵਿਚਾਰੇ ਸਤਯੁਗ ਦੇ ਵਿੱਚ ਘਰ ਆਏ, ਬਹੁਤ ਵੱਡੀ ਗਲਤੀ ਕੀਤੀ। ਕਿਉਂ? ਕਿਉਂਕਿ ਪਹਿਲਾਂ ਜਦੋਂ ਉਹਨਾਂ ਨੇ ਪੜ੍ਹਿਆ ਸਤਿਗੁਰ ਨਾਨਕ ਪ੍ਰਗਟਿਆ, ਉਹਨਾਂ ਨੂੰ ਇਹ ਨਹੀਂ ਪਤਾ ਲੱਗਾ ਵੀ ਸਤਿਗੁਰ ਦੇ ਵਿੱਚ ਸਤ ਦਾ ਮਤਲਬ ਸਤਯੁਗ ਨਹੀਂ ਗਾ। ਸਤਿਗੁਰ ਸ਼ਬਦ ਦੇ ਵਿੱਚ ਜਿਹੜਾ ਸਤ ਸ਼ਬਦ ਆਇਆ ਉਹਦਾ ਮਤਲਬ ਵੀ ਸਤਿਗੁਰੂ ਨਾਨਕ ਦੀ ਗੱਲ ਹੀ ਕੀਤੀ ਹੈ। ਇਸ ਕਰਕੇ ਸਭ ਤੋਂ ਲਾਸਟ ਦੇ ਵਿੱਚ ਲਿਖਿਆ ਹੋਇਆ, ਦੁਬਾਰੇ ਪੜ੍ਹੋਗੇ ਜਦੋਂ ਤੁਸੀਂ, ਉਦੋਂ ਲਾਸਟ ਵਾਲੀ ਪੰਕਤੀ ਲਿਖੀ ਹੋਈ ਹੈ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਗੁਰਮੁਖ ਮਤਲਬ ਗੁਰੂ ਨਾਨਕ ਦੇਵ ਜੀ, ਕਲ ਮਤਲਬ ਕਲਯੁਗ ਦੇ ਵਿੱਚ ਪ੍ਰਗਟ ਹੋਏ। ਗੁਰੂ ਨਾਨਕ ਦੇਵ ਜੀ ਦਾ ਜਨਮ ਕਲਯੁਗ ਦੇ ਵਿੱਚ ਹੋਇਆ। 80 ਨੰਬਰ ਦਾ ਸਹੀ ਉੱਤਰ B। ਆਦਰ ਤੇਰੀ ਚਾਦਰ ਨੂੰ ਤੇ ਬਹਿਣਾ ਤੇਰੇ ਗਹਿਣੇ ਨੂੰ। ਲਓ ਜੀ ਠੀਕ ਹੈ, ਸਹੀ ਹੈ, ਅਮੀਰੀ ਨੂੰ ਚੰਗਾ ਆਦਰ ਮਿਲਦਾ। 81 ਨੰਬਰ ਦਾ ਇਹ ਸਹੀ ਹੈ। ਪਿੱਠ ਠੋਕਣੀ ਮੁਹਾਵਰੇ ਦਾ ਸਹੀ ਅਰਥ ਕੀ ਹੈ? ਪਿੱਠ ਠੋਕਣੀ ਦਾ ਮਤਲਬ ਹੁੰਦਾ ਕਿਸੇ ਦਾ ਉਤਸ਼ਾਹ ਵਧਾਉਣਾ। 83 ਨੰਬਰ ਤੇ ਹੈ ਜੀ, ਮਾਤਰਾ ਦੇ ਆਧਾਰ ਤੇ ਪੰਜਾਬੀ ਸਵਰਾਂ ਨੂੰ ਕਿਹੜੇ ਵਰਗਾਂ ਦੇ ਵਿੱਚ ਵੰਡਿਆ ਗਿਆ ਹੈ? ਮਾਤਰਾ ਦੇ ਆਧਾਰ ਤੇ ਇੱਕ ਛੋਟੀ ਮਾਤਰਾ, ਇੱਕ ਵੱਡੀ ਮਾਤਰਾ, ਮਤਲਬ ਇਹ ਨੰਬਰ ਆਪਸ਼ਨ ਸਹੀ ਹੈ, ਲਘੂ ਤੇ ਦੀਰਘ। ਅੱਗੇ ਹੈ ਜੀ 84 ਨੰਬਰ ਜਿਹੜਾ ਤੁਹਾਡਾ ਪ੍ਰਸ਼ਨ ਹੈ ਵੀ ਟੈ, ਠੈ, ਡੈ, ਣੈ ਵਿਅੰਜਨ ਕਿਹੜੇ ਹੈ ਜੀ? ਇਹ ਹੈਗੇ ਹੈ ਜੀ ਮੂਰਧਨੀ, ਕਿਉਂਕਿ ਉਲਟ ਜੀਭੀ ਹੈ ਨਾ, ਇਹਨਾਂ ਨੂੰ ਬੋਲਦੇ ਸਮੇਂ ਆਪਣੀ ਜੀਭ ਹੈ ਜਿਹੜੀ ਉਹ ਉਲਟੀ ਹੋ ਕੇ ਉੱਪਰ ਤਾਲੂ ਨਾਲ ਲੱਗਦੀ ਹੈ, ਇਸ ਕਰਕੇ ਇਹਨਾਂ ਨੂੰ ਮੂਰਧਨੀ ਜਾਂ ਉਲਟ ਜੀਭੀ ਧੁਨੀਆਂ ਵੀ ਕਿਹਾ ਜਾਂਦਾ ਹੈ। ਹਾਂਜੀ 85 ਨੰਬਰ, ਬਣਤਰ ਦੇ ਆਧਾਰ ਤੇ ਵਾਕ ਕਿੰਨੀ ਕਿਸਮ ਦੇ ਹੁੰਦੇ ਹਨ? ਇਹ ਪ੍ਰਸ਼ਨ ਤੇ ਬੜਾ ਰੌਲਾ ਪਿਆ ਹੋਇਆ ਵੀ ਸਰ ਜੀ 3 ਹੋਊ ਕਿ 4 ਹੋਊ। ਦੇਖੋ ਜੇ ਤਾਂ ਹੈਗਾ ਆਪਣਾ ਵਿਆਕਰਣ, ਪੰਜਾਬ ਸਕੂਲ ਸਿੱਖਿਆ ਬੋਰਡ ਦਾ ਜਿਹੜਾ ਆਪਣੇ ਲੱਗਦਾ, ਉਹਦੇ ਵਿੱਚ ਤਾਂ ਦੇ ਰੱਖੇ ਉੱਤਰ 3, BSTC ਵਾਲੀ ਬੁੱਕ ਦੇ ਵਿੱਚ ਦੇ ਰੱਖਿਆ 4, ਪਰ ਅਸਲ ਦੇ ਵਿੱਚ ਗੁੰਝਲਦਾਰ ਵਾਕ ਹੈ ਜਿਹੜਾ, ਉਹਦਾ ਕੋਈ ਮਤਲਬ ਐਗਜ਼ਿਸਟੈਂਸ ਨਹੀਂ ਹੁੰਦਾ। 80 ਨੰਬਰ ਤੁਹਾਡਾ ਪ੍ਰਸ਼ਨ ਹੈ, ਕਾਫੀ ਦੇ ਵਿੱਚੋਂ ਲਿਆ ਗਿਆ। ਬਹੁਤ ਸੌਖਾ ਪ੍ਰਸ਼ਨ ਤੁਹਾਨੂੰ ਦੱਸਿਆ ਸੀ ਮੈਂ ਵੀ ਕਿਤਾਬ ਦੇ ਵਿੱਚੋਂ ਹੀ ਚੱਕਣਾ ਉਹਨੇ। ਕਾਫੀ ਕਾਵਿ ਰੂਪ ਦਾ ਜਨਮ ਕਿਸ ਇਲਾਕੇ ਵਿੱਚ ਅਤੇ ਕਿਹੜੀ ਉਪਭਾਸ਼ਾ ਵਿੱਚ ਸਭ ਤੋਂ ਪਹਿਲਾਂ ਹੋਇਆ? ਮੁਲਤਾਨ ਦੇ ਇਲਾਕੇ ਵਿੱਚ ਹੋਇਆ, ਤੇ ਪੰਜਾਬੀ ਦੀ ਇੱਕ ਉਪਭਾਸ਼ਾ ਲਹਿੰਦੀ ਉਪਭਾਸ਼ਾ, ਉਹਦੇ ਵਿੱਚ ਸਭ ਤੋਂ ਪਹਿਲਾਂ ਕਾਫੀਆਂ ਲਿਖੀਆਂ ਜਾਣ ਲੱਗੀਆਂ ਸੀ। ਅਤ ਕਥਨੀ ਦੇ ਮੂਲ ਵਿੱਚ ਕੀ ਹੁੰਦਾ ਹੈ ਜੀ? ਕਥਨ, ਪਾਤਰ, ਸੱਚ ਜਾਂ ਚਮਤਕਾਰ। ਸੋ ਅਤ ਕਥਨੀ ਦੇ ਮੂਲ ਵਿੱਚ ਚਮਤਕਾਰ ਹੁੰਦਾ ਹੈ। ਮਤਲਬ ਅਤ ਕਥਨੀ ਅਲੰਕਾਰ ਨੂੰ ਪੜ੍ਹ ਕੇ ਐਵੇਂ ਲੱਗਦਾ ਹੈ ਵੀ ਇਹ ਵੀ ਕਿਸੇ ਇਹ ਗੱਲ ਜਿਹੜੀ ਚਮਤਕਾਰ ਤੋਂ ਘੱਟ ਨਹੀਂ, ਚਮਤਕਾਰ ਹੋ ਗਿਆ ਜੀ। ਚਮਤਕਾਰ ਮਤਲਬ ਅਣਹੋਣੀ ਕੋਈ ਘਟਨਾ ਹੋ ਜਾਣੀ ਹੈ ਨਾ, ਵੀ ਜਿਹੜੀ ਨਾ ਹੋ ਸਕਣੀ, ਚਮਤਕਾਰ। ਇਸ ਕਰਕੇ ਅਤ ਕਥਨੀ ਦੇ ਮੂਲ ਵਿੱਚ ਚਮਤਕਾਰ ਹੈ। ਬੀ ਰਸ ਦਾ ਸਥਾਈ ਭਾਵ ਹੈ। ਕਾਮਨ ਤੁਹਾਨੂੰ ਪ੍ਰਸ਼ਨ ਮੈਂ ਵਾਰੀ ਦੱਸਦਾ ਰਿਹਾ ਸੀਗਾ ਵੀ ਬੇਟਾ ਜੀ ਰਸਾਂ ਦੇ ਸਥਾਈ ਭਾਵ ਚੇਤੇ ਰੱਖਿਓ, ਤੇ ਭਾਵਾਂ ਦੇ ਅਨੁਸਾਰ ਰਸ ਕਿਹੜੇ ਬਣਦੇ ਆ ਉਹ ਵੀ ਚੇਤੇ ਰੱਖਿਓ। ਸੋ ਕਾਮਨ ਆਇਆ ਬੀ ਰਸ ਦਾ ਸਥਾਈ ਭਾਵ ਤੁਹਾਨੂੰ ਪਤਾ ਹੀ ਆ, ਉਤਸ਼ਾਹ ਹੈ। 89 ਨੰਬਰ ਜਿਹੜਾ ਪ੍ਰਸ਼ਨ ਆਇਆ, 89 ਨੰਬਰ ਬਹੁਤ ਸੌਖਾ ਪ੍ਰਸ਼ਨ ਆਇਆ। ਭਾਈ ਕਾਨ ਸਿੰਘ ਨਾਭਾ ਨੇ ਵਾਰ ਦੀ ਉਤਪਤੀ ਸੰਸਕ੍ਰਿਤ ਦੀ ਕਿਹੜੀ ਧਾਤੂ ਤੋਂ ਮੰਨੀ ਹੈ? ਸੋ ਸੰਸਕ੍ਰਿਤ ਦੇ ਵਰੇ ਧਾਤੂ ਤੋਂ ਵਾਰ ਦੀ ਉਤਪਤੀ ਹੋਈ ਹੈ। 89 ਨੰਬਰ ਜਿਹੜਾ ਪ੍ਰਸ਼ਨ ਹੈ ਉਹਦਾ ਸਹੀ ਉੱਤਰ ਹੈਗਾ ਜੀ D ਵਰੇ। ਅੱਛਾ 90 ਨੰਬਰ ਪ੍ਰਸ਼ਨ ਦੇਖੋ ਤੁਸੀਂ, ਹੇਠ ਲਿਖਿਆ ਵਿੱਚੋਂ ਕਿਹੜਾ ਵਿਸਤ੍ਰਿਤ ਸ਼ੈਲੀ ਦੀ ਉਦਾਹਰਣ ਹੈ? ਅਗਰ ਤੁਹਾਨੂੰ ਪਤਾ ਹੋਵੇ ਵੀ ਮੈਂ ਜਦੋਂ ਕਿੱਸੇ ਵਾਲਾ ਤੁਹਾਨੂੰ ਪੋਰਸ਼ਨ ਕਰਾਇਆ ਸੀਗਾ, ਕਿੱਸੇ ਵਾਲੀ ਕਲਾਸ ਸੀ, ਉਹਦੇ ਵਿੱਚ ਕੀ ਸੀਗਾ ਵੀ ਮੈਂ 2 ਪ੍ਰਕਾਰ ਦੀਆਂ ਸ਼ੈਲੀਆਂ ਦਾ ਜ਼ਿਕਰ ਕੀਤਾ ਸੀ, ਇੱਕ ਵਿਸਤ੍ਰਿਤ ਸ਼ੈਲੀ, ਇੱਕ ਸੂਤਰਕ ਸ਼ੈਲੀ। ਵਿਸਤ੍ਰਿਤ ਸ਼ੈਲੀ ਹੁੰਦੀ ਹੈ ਵੀ ਜਦੋਂ ਕਿਸੇ ਨੂੰ ਬਹੁਤ ਮਤਲਬ ਵਿਸਤਾਰ ਦੇ ਨਾਲ ਲਿਖਿਆ ਹੋਵੇ, ਉਹਨੂੰ ਕਿਹਾ ਜਾਂਦਾ ਵਿਸਤ੍ਰਿਤ ਸ਼ੈਲੀ। ਸੂਤਰਕ ਸ਼ੈਲੀ ਮਤਲਬ ਥੋੜੇ ਸ਼ਬਦਾਂ ਦੇ ਵਿੱਚ ਆਪਣੀ ਗੱਲ ਨੂੰ ਆਖਿਆ ਹੋਵੇ, ਉਹਨੂੰ ਕਿਹਾ ਜਾਂਦਾ ਸੂਤਰਕ ਸ਼ਬਦੀ ਸੂਤਰਕ ਸ਼ੈਲੀ, ਸੂਤਰ ਦੇ ਵਿੱਚ ਆਪਣੀ ਗੱਲ ਨੂੰ ਕਹਿ ਦੇਣਾ। ਸੋ ਹੀਰ ਦਮੋਦਰ ਹੈ ਜਿਹੜਾ, ਇਹ ਤਾਂ ਸੂਤਰਕ ਸ਼ੈਲੀ ਹੈ। ਸੱਸੀ ਹਾਸ਼ਮ ਵੀ ਸੂਤਰਕ ਸ਼ੈਲੀ ਹੈ। ਮਿਰਜ਼ਾ ਜਿਹੜਾ ਪੀਲੂ ਨੇ ਲਿਖਿਆ ਇਹ ਵੀ ਸੂਤਰਕ ਸ਼ੈਲੀ ਹੈ। ਪਰ ਵਾਰਿਸ ਸ਼ਾਹ ਨੇ ਜਿਹੜੀ ਹੀਰ ਲਿਖੀ ਹੈ, ਮੈਂ ਤੁਹਾਨੂੰ ਦੱਸਿਆ ਸੀਗਾ ਕਲਾਸ ਦੇ ਵਿੱਚ ਕਿ ਵਾਰਿਸ ਸ਼ਾਹ ਨੇ ਜਿਹੜੀ ਹੀਰ ਲਿਖੀ ਹੈ ਉਹ ਵਿਸਤ੍ਰਿਤ ਸ਼ੈਲੀ ਦਾ ਇੱਕ ਉਦਾਹਰਣ ਹੈ। ਲਓ ਜੀ ਪ੍ਰਸ਼ਨ ਤੁਹਾਡੇ 90 ਦੇ 90 ਜਿਹੜੇ ਉਹ ਤੁਹਾਡੇ ਮੈਂ ਲਗਾ ਦਿੱਤੇ ਆ।
ਤੇ ਆਲ ਦਾ ਬੈਸਟ ਹੈ ਤੁਹਾਨੂੰ ਫਿਊਚਰ ਵਾਸਤੇ, ਮੈਂ ਤਾਂ ਇਹੀ ਕਹਿਣਾ। ਤੇ ਜਗਮੇਲ ਸਿੰਘ ਗੁਰੂ ਜੀ ਚੰਗੀ ਕਰ ਰਹੇ ਆ, ਚੰਗੀ ਸੇਵਾ ਕਰ ਰਹੇ ਆ। ਵਧੀਆ ਗੱਲ ਹੈ, ਇਹ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨੀ ਬਹੁਤ ਜ਼ਰੂਰੀ ਹੈ। ਤੁਹਾਡੇ ਤੱਕ ਜੋ ਵੀ ਕੰਟੈਂਟ ਪਹੁੰਚਦਾ ਗੁਰੂ ਜੀਆਂ ਵੱਲੋਂ ਉਹ ਆਮ ਸਧਾਰਨ ਵਾਂਗੂ ਨੀਗਾ, ਬਹੁਤ ਹੀ ਸ਼ਾਨਦਾਰ ਹੈ। ਮੇਰੇ ਵੱਲੋਂ ਤਾਂ ਇਹੀ ਕਹਿਣਾ, ਮੈਂ ਕਲਾਸਾਂ ਦੇਖਦਾ ਰਹਿਣਾ ਹੁੰਦਾ, ਕਿਉਂਕਿ ਮੈਨੂੰ ਜਿਹੜੇ ਮੰਨ ਲਓ ਟੀਚਰ ਹੈ ਜਿਹੜੇ ਉਹ ਕਲਾਸ 'ਚ ਭੇਜਦੇ ਰਹਿੰਦੇ ਆ ਮੈਨੂੰ ਆਪਦੇ ਲਿੰਕ ਵਗੈਰਾ, ਤਾਂ ਮੈਨੂੰ ਵਧੀਆ ਲੱਗਦਾ ਜੇ ਕੋਈ ਮੰਨ ਲਓ ਚੰਗਾ ਟੀਚਰ ਪੜ੍ਹਾ ਰਿਹਾ, ਬਿਲਕੁਲ ਕੰਮ ਦੀ ਗੱਲ ਸਟੂਡੈਂਟ ਨੂੰ ਦੱਸ ਰਿਹਾ, ਫਾਲਤੂ ਨਹੀਂ ਕੁਛ ਵੀ ਦੱਸ ਰਿਹਾ। ਜਿਹੜਾ ਐਵੇਂ ਹੀ ਕੋਈ ਮੰਨ ਲਓ ਗਿੱਧੇ ਪਾਈ ਜਾਂਦਾ ਕੋਈ, ਹੈ ਨਾ, ਉਹਦਾ ਵੀ ਕੋਈ ਚੰਗਾ ਨਹੀਂ ਹੁੰਦਾ, ਕੰਮ ਸਹੀ ਨਹੀਂ ਹੁੰਦਾ ਉਹ ਵੀ, ਹੈ ਨਾ। ਤਾਂ ਜਿਹੜਾ ਮੰਨ ਲਓ ਡਾਇਰੈਕਟ ਗੱਲ ਦੱਸ ਰਿਹਾ ਸਿੱਧੀ, ਜਗਮੇਲ ਸਿੰਘ ਗੁਰੂ ਜੀ ਉਹਨਾਂ ਦੇ ਵਿੱਚੋਂ ਇੱਕ ਹੈ। ਸੋ ਜੁੜੇ ਰਹੋ ਸਾਡੇ ਨਾਲ, ਤੁਹਾਨੂੰ ਪਤਾ ਹੀ ਆ ਮੇਰੇ ਨਾਲ ਤਾਂ ਤੁਸੀਂ ਜੁੜੇ ਹੀ ਹੋਏ ਆ, ਸੋ ਕੋਈ ਦਿੱਕਤ ਨਹੀਂ। ਲਓ ਜੀ, ਮਿਲਦੇ ਆ, ਜਲਦੀ ਮਿਲਾਂਗੇ। ਰੱਬ ਰਾਖਾ, ਸਤਿ ਸ੍ਰੀ ਅਕਾਲ।